स्वागत है जी सैटेलाइट न्यूज़ चैनल देख रहे सारे दर्शकों का। मैं हां शिवम, मेरे नाल ने कैमरा पर्सन मनोज जी। और जिवें कि लगातार ਤੁਹਾਨੂੰ ਆਪਾਂ कोरोना संबंधी और ब्लैक फंगस जो इस समय ਸਾਡੇ ਸੰਸਾਰ ਦੇ ਵਿੱਚ ਮਹਾਮਾਰੀ ਦੇ ਰੂਪ ਵਿੱਚ ਜਿਹੜਾ ਆ ਚੁੱਕੀ ਹੈ ਉਸ ਦੇ ਸੰਬੰਧੀ ਤੁਹਾਨੂੰ ਆਪਾਂ ਜਿਹੜੀ ਜਾਗਰੂਕਤਾ ਹੈ ਕਰਵਾਉਂਦੇ ਰਹਿੰਦੇ ਆ। ਲਗਾਤਾਰ ਆਪਾਂ ਤੁਹਾਨੂੰ ਰਾਬਤਾ ਕਰਵਾਉਂਦੇ ਆ ਡਾਕਟਰ ਸਾਹਿਬਾਨ ਨਾਲ ਔਰ ਹਸਪਤਾਲ ਜਾ ਕੇ ਤੁਹਾਨੂੰ ਜੋ ਪ੍ਰੈਜ਼ੈਂਟ ਸਿਚੁਏਸ਼ਨ ਹੈ ਉਸ ਦੇ ਨਾਲ ਜਿਹੜੀ ਸੰਬੰਧੀ ਜਾਣਕਾਰੀ ਹੈ ਔਰ ਜਿਹੜੀ ਜਾਗਰੂਕਤਾ ਦੀ ਜ਼ਰੂਰਤ ਅੱਜ ਆਮ ਨਾਗਰਿਕਾਂ ਨੂੰ ਹੈ ਉਸ ਸੰਬੰਧੀ ਜਿਹੜੇ ਮੁੱਦੇ ਆ ਆਮ ਜਨਤਾ ਸਾਹਮਣੇ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਸੋ ਅੱਜ ਅਸੀਂ ਆਏ ਹੋਏ ਹਾਂ ਡਾਕਟਰ ਕੁਲਵੰਤ ਹਾਰਟ ਐਂਡ ਵੈਸਕੂਲਰ ਸੈਂਟਰ ਦੇ ਵਿਚਾਲੇ ਜੋ ਕਿ ਕਿਚਲੂ ਨਗਰ ਦੇ ਵਿਚਾਲੇ ਸ਼ਿਸ਼ੋਭਿਤ ਹੈ। और मेरे नाल बैठे ने बहुत ही सत्कारयोग डॉक्टर कुलवंत सिंह जी, जिकरां बारे मैं दसां तां डायरैक्टर ने ते चीफ कार्डियोलॉजिस्ट ने अते इस दे नाल ही डायरैक्टर ने कुलवंत हार्ट एंड वैस्कुलर सेंटर दे। तो सर तुहाडा बहुत बहुत स्वागत है। सत श्री अकाल जी, मैं डॉक्टर कुलवंत सिंह है तुहाडे सामने हाजिर होया है कोरोना बारे जानकारी देण लई। जी सर सब तो जिहड़ा वड्डा मुद्दा इस समय चल रहा है कि लोग जिहड़े फिलहाल दे तौर ते कोरोना केसेस जरूर घट रहे ने, लेकिन सर फिर भी एक अवेयरनेस की कमी है कि जिथे कि जेडे केसेस रैपिडली जेडे ने घटने चाहिए सी उत्थे केसेस बड़े स्लो जेडे चल रहे ने और जेडे मौतां दा आंकड़ा सर ओदे विच भी खासी कमी देखण नूं नहीं मिल रही। सर की समस्या किथे दिक्कत किथे है? जिवें तुसीं जानदे हो भी जेडी कोरोना है, कोरोना वायरल जेडी इन्फेक्शन हैगी है ये सारी दुनिया च फैली है। पहले दुनिया दे विच पिछले साल 2 साल तो फैली है, हौली हौली वधदी रही। ਪਹਿਲਾਂ ਇਹਦੀ ਪਹਿਲੀ ਵੇਵ ਆਈ ਸੀ ਜਿਹਦੇ ਵਿੱਚ ਲੋਕਡਾਊਨ ਹੋਏ ਸੀਗੇ, ਆਪਾਂ ਸਾਰਿਆਂ ਨੇ ਲੋਕਡਾਊਨ ਦੇ ਵਿੱਚ ਆਪਣੇ ਆਪ ਨੂੰ ਘਰੇ ਦੇਖਿਆ, ਮਾਸਕ ਪਾਇਆ, ਤਾਂ ਅਸੀਂ ਉਹ ਜਿਹੜੀ ਪਹਿਲੀ ਜਿਹੜੀ ਵੇਵ ਹੈ ਉਹ ਕਾਫੀ ਕੰਟਰੋਲ ਕਰ ਲਈ ਸੀ। ਉਹਦੇ ਵਿੱਚ ਕਾਫੀ ਬੰਦੇ ਜਿਹੜੇ ਅਸੀਂ ਬਚਾ ਪਾਏ ਔਰ ਇਨਫੈਕਸ਼ਨ ਘੱਟ ਹੋਈ। ਪਰ ਜਿਹੜੀ ਹੁਣ ਜਿਹੜੀ ਦੂਜੀ ਵੇਵ ਆਈ ਹੈ ਜਿਹੜੀ ਪਹਿਲੀ ਵੇਵ ਦੇ ਨਾਲੋਂ ਜ਼ਿਆਦਾ ਵੱਡੀ ਆਈ ਹੈ, ਜ਼ਿਆਦਾ ਖਤਰਨਾਕ ਆਈ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਇਨਫੈਕਸ਼ਨ ਹੋਈ ਹੈ ਔਰ ਇਨਫੈਕਸ਼ਨ ਦੇ ਨਾਲ ਇਹ ਖਤਰਨਾਕ ਕਰਕੇ ਲੋਕਾਂ ਦੀ ਮੌਤ ਵੀ ਜ਼ਿਆਦਾ ਹੋਈ ਹੈ, ਮੋਰਟੈਲਿਟੀ ਵੀ ਜ਼ਿਆਦਾ ਹੋਈ ਹੈ। ਇਹ ਸਾਡੇ ਲਈ ਬਹੁਤ ਜਿਹੜੀ ਸੈਕਿੰਡ ਵੇਵ ਹੈ ਦੁੱਖ ਵਾਲੀ ਆਈ ਹੈ। ਸਾਰੇ ਹਿੰਦੁਸਤਾਨ ਦੇ ਵਿੱਚ ਜਗ੍ਹਾ ਜਗ੍ਹਾ ਮੌਤਾਂ ਹੋਈਆਂ ਨੇ ਇਹ ਵਾਇਰਲ ਇਨਫੈਕਸ਼ਨ ਕਰਕੇ, ਤੇ ਇਹ ਬੜਾ ਕਈ ਵਾਰੀ ਲੱਗਦਾ ਹੈਗਾ ਵੀ ਇਹ ਬੜੀ ਮਾੜੀ ਗੱਲ ਹੋਈ ਹੈ। ਪਰ ਵੀ ਡਾਕਟਰਾਂ ਦੀ ਡਿਊਟੀ ਹੈਗੀ ਹੈ ਕਿ ਮਰੀਜ਼ਾਂ ਨੂੰ ਠੀਕ ਕਰਨਾ। ਅਸੀਂ ਸਾਰੇ ਡਾਕਟਰਾਂ ਨੇ, ਪੈਰਾਮੈਡੀਕਲ ਸਟਾਫਾਂ ਨੇ, ਸਿਸਟਰਾਂ ਨੇ, ਵਾਰਡ ਬॉय ਨੇ, ਸਵੀਪਰਾਂ ਨੇ ਬੜੀ ਮਿਹਨਤ ਨਾਲ ਇਹ ਲੜਾਈ ਲੜੀ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਜਾਨਾਂ ਬਚਾਈਆਂ ਨੇ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਹਰ ਜਿਹੜੀ ਜਾਨ ਬਚੇ ਤਾਂ ਇਹ ਜਿਹੜਾ ਕੋਵਿਡ ਹੈ ਇਹ ਵਾਇਰਲ ਇਨਫੈਕਸ਼ਨ ਅਸੀਂ ਹਰਾ ਪਾਈਏ। ਜੀ ਸਰ ਅਕਸਰ ਦੇਖੇਗਾ ਕਿ ਲੋਕਾਂ ਦੇ ਵਿੱਚ ਨਾ ਕੋਰੋਨਾ ਦੇ ਸਮੇਂ ਤੋਂ ਲੈ ਕੇ ਡਰ ਜਿਹਾ ਬਣ ਗਿਆ। ਗਰਮੀ ਸਰ ਚੱਲ ਰਹੀ ਹੈ, ਤਕਰੀਬਨ ਲੋਕ ਜਿਹੜੇ ਘਰਾਂ ਦੇ ਵਿੱਚ ਅੱਜਕੱਲ ਮੈਂ ਗੱਲ ਕਰਾਂ ਤਾਂ ਜੇਕਰ ਆਪਾਂ ਪੰਜਾਬ ਲੈਵਲ ਦੀ ਗੱਲ ਕਰੀਏ 90% ਤੋਂ ਲੈ ਕੇ ਮਤਲਬ ਇੱਕ ਲੋਕਾਂ ਦੇ ਘਰਾਂ 'ਚ ਏਸੀ ਦੀ ਫੈਸਿਲਿਟੀ ਹੈ। ਪਰ ਸਰ ਲੋਕ ਨਾ ਡਰ ਰਹੇ ਨੇ, ਉਹਨਾਂ ਦੇ ਮਨ ਦੇ ਵਿੱਚ ਹੈ ਕਿ ਜਿਹੜਾ ਕੋਰੋਨਾ 에ਅਰ ਸਪਰੈਡ ਹੈ और जेकर एसी चलाएंगे तो ਜਿਹੜੀ ਉਸਦੀ ਖਾਮੀ ਹੈ, ਜਿਹੜਾ ਉਸਦਾ ਨੁਕਸਾਨ ਹੈ ਉਹ ਸਾਰੇ ਪਰਿਵਾਰ ਨੂੰ ਭੁਗਤਣਾ ਪੈ ਸਕਦਾ ਹੈ। ਸਰ ਇਸ ਬਾਰੇ ਜਾਨਣਾ ਪਾਓ ਕਿ ਜਿਹੜਾ ਕੋਰੋਨਾ ਹਵਾ ਦੇ ਵਿੱਚ ਹੈ ਜਾਂ ਫਿਰ ਜਿੱਦਾਂ ਜੇ ਆਪਾਂ ਏਸੀ ਚਲਾਵਾਂਗੇ ਜਿਹੜੇ ਲੋਕ ਨੇ ਇਨਫੈਕਟਡ ਹੋ ਸਕਦੇ ਨੇ, ਕਿਉਂਕਿ ਕਹਿੰਦੇ ਆ ਨਾ ਕਿ ਜੇਕਰ ਇੱਕ ਕਮਰੇ ਦੇ ਵਿੱਚ ਕੋਈ ਵੀ ਜਿੱਦਾਂ ਛਿੱਕ ਮਾਰਤੀ ਜਾਂ ਖੰਘ ਕਰਤੀ ਜਿਹੜੇ ਉਹਦੇ ਪਾਰਟੀਕਲਸ ਨੇ ਜਿਹੜੇ ਉੱਥੇ ਨਿਕਲਣਗੇ ਉਹ ਪੂਰੇ ਕਮਰੇ 'ਚ ਵੀ ਘੁੰਮ ਸਕਦੇ ਆ। ਸਰ ਇਸ ਵਿਸ਼ੇ 'ਚ ਕੀ ਮੈਥਡ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਵੱਡਾ ਪ੍ਰਸ਼ਨ ਹੁੰਦਾ ਇਹੀ ਹੁੰਦਾ ਕਿ ਏਸੀ ਚਲਾਈਏ ਕਿ ਨਾ ਚਲਾਈਏ? देखो तुहानू ये पता है कोरोना एक वायरस है, ये वायरल इन्फेक्शन है। पहला जो शुरू होया सी तां ये होया सी जे तुसी कोरोना दा छिक मारती है, साह लेता टेबल ते गिर गया, ये किते वो कुछ एक घंटे कुछ एक दिन रहिंदा सी। पर हुण ये की है, ये ड्रॉपलेट इन्फेक्शन है। जब आपां साह लैंदे हैं या खांसी करदे हैं तां वो जिहड़ी वायरस है कुछ एक मीटर तक जांदी है जी। वो जब वायरस मीटर तक जांदे जिहड़ा भी उस वायरस दे दायरे दे विच आ जांदा है ਤਾਂ ਉਹਨੂੰ ਕੋਰੋਨਾ ਦੀ ਇਨਫੈਕਸ਼ਨ ਔਰ ਵਾਇਰਲ ਇਨਫੈਕਸ਼ਨ ਹੋ ਜਾਂਦੀ ਹੈ ਜੀ। ਡੈਫੀਨਿਟਲੀ ਅਸੀਂ ਤਾਂ ਹੀ ਕਹਿੰਦੇ ਪਏ ਆ ਵੀ ਜਿਹੜਾ ਬੰਦੇ ਹੈ ਜਿਨ੍ਹਾਂ ਨੂੰ ਇਨਫੈਕਸ਼ਨ ਹੈਗੀ ਹੈ ਨਹੀਂ ਵੀ ਹੈਗੀ, ਹਰ ਬੰਦੇ ਨੂੰ ਮਾਸਕ ਪਾਉਣਾ ਚਾਹੀਦਾ ਔਰ ਬੰਦੇ ਨੂੰ 2-2 ਮਾਸਕ ਪਾਉਣੇ ਚਾਹੀਦੇ ਤਾਂ ਕਿ ਨਾ ਤਾਂ ਆਪਾਂ ਸਪਰੈਡ ਕਰੀਏ। ਜੇ ਕੋਈ ਆਪਣੇ ਸਾਹਮਣੇ ਖਾਂਸੀ ਕਰ ਦਿੰਦਾ ਹੈ ਜਾਂ ਸਾਨੂੰ ਤੋਂ ਬਾਹਰੋਂ ਐਕਵਾਇਰ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਆਪ ਨੂੰ ਬਚਾ ਸਕੀਏ, ਆਪਣੇ ਘਰ ਨੂੰ ਬਚਾ ਸਕੀਏ। ਸੋ ਮੈਂ ਫਿਰ ਕਹਿੰਦਾ ਵੀ ਆਪਣੇ ਆਪ ਨੂੰ ਮਾਸਕ ਪਾਏ ਹੋਣੇ ਚਾਹੀਦੇ, फ्रीक्वेंट हैंड वाश होनी चाहिए ते अपना डिस्टेंस मेंटेन होना चाहिए। जेड़ा कि तुसी क्वेश्चन कीता भी एसी दा हैगा और आपां नूं घर च बंदे ज़्यादा रहिंदे, जेड़े बंदे नूं इन्फेक्शन हैगी उन्हां नूं आइसोलेट हो जाना चाहिए जी। वो आइसोलेट हो के अपने कमरे च रहना चाहिए, बाथरूम दा वखरा होना चाहिए ताकि वो बाकी बंदियां तो दूर रहे। जिथे तक एसी दा हुण गर्मी तो है ही है, गर्मी जब आएगी तो आपां कई बंदे यूज टू हैगे एसी दे ते एसी दे विच रहना चाहते हैं। मेरी तो पर्सनल है भी घट तो घट एसी वरत्या जाए और अपने दरवाजे ते खिड़कियां खुलियां रखियां जान
ताकि जो वायरस है जो स्प्रेड हो रही वो बाहर पूरा निकल जाए और फिर आपे मर जाएगी। डेफिनेटली जो एसी एंड क्लोज्ड एटमोसफेयर है, जो तुम एसी लाओगे तो दरवाजे बंद कर लाने पैणगे ਤੁਹਾਨੂੰ। ਜੇ ਉਹਦੇ ਵਿੱਚ ਕੋਈ ਆ ਕੇ ਗਿਆ ਹੋਇਆ ਬੰਦਾ ਜਾਂ ਉੱਥੇ ਆ ਕੇ ਤੁਹਾਡੇ ਨਾਲ ਕਿਸੇ ਬੰਦੇ ਨੇ ਖਾਂਸੀ ਖੁਸੀ ਕੀਤੀ ਜਿਹੜਾ ਕਿ ਪੋਜ਼ਿਟਿਵ ਹੈ, ਹੋ ਸਕਦਾ ਤੁਹਾਨੂੰ ਇਨਫੈਕਸ਼ਨ ਦੇ ਚਾਂਸਸ ਜ਼ਿਆਦਾ ਹੋਣ। ਜੀ ਸਰ ਅਕਸਰ ਦੇਖਿਆ ਗਿਆ ਕਿ ਜਿਹੜੇ ਲੋਕ ਨੇ ਇਸ ਸਮੇਂ ਨਾ ਥੋੜੇ ਡਰ ਦੇ ਵਿੱਚ ਨੇ। ਵੈਸੇ ਤਾਂ ਇਹ ਸਮਾਂ ਲੋਕਾਂ ਨੂੰ ਮੋਟੀਵੇਟ ਕਰਨ ਦਾ, ਲੇਕਿਨ ਨਾ ਲੋਕਾਂ ਵਿੱਚ ਇੱਕ ਨਾ ਮਤਲਬ ਇੱਕ ਭੈ ਜਾ ਮਤਲਬ ਸ਼ੁਰੂ ਹੋ ਚੁੱਕਾ ਹੈ ਕਿ ਜੇਕਰ ਸਾਨੂੰ ਖਾਂਸੀ ਜ਼ੁਕਾਮ ਕੋਈ ਮਾਈਨਰ ਜਾਂ ਮਤਲਬ ਗੱਲ ਬੁਖਾਰ ਵੀ ਹੈ, ਉਹਨਾਂ ਦੇ ਮਨ ਦੇ ਵਿੱਚ ਇਹ ਕਿ ਜੇ ਆਪਾਂ ਡਾਕਟਰ ਕੋਲ ਗਏ ਤਾਂ ਚੈੱਕ ਦੇ ਵਿੱਚ ਕਰੋਨਾ ਆ ਜਾਣਾ, ਮੈਂ ਤਾਂ ਸਾਨੂੰ ਕਰੋਨਾ ਰਿਪੋਰਟ ਫੜਾ ਦੇਣੀ ਹੈ, ਜਾਂ ਫਿਰ ਸਾਨੂੰ ਜੇ ਥੋੜੀ ਸੀਰੀਅਸ ਕੰਡੀਸ਼ਨ ਹੈ ਸਾਡੀ ਸਾਨੂੰ ਹਸਪਤਾਲ 'ਚ ਦਾਖਲ ਕਰ ਲੈਣਾ ਤੇ ਬਾਅਦ ਚੋਂ ਜਿਹੜੀ ਕਰੋਨਾ ਰਿਪੋਰਟ ਬਣਾ ਕੇ ਸਾਨੂੰ ਦੇ ਦੇਣੀ ਤੇ ਉਸ ਹਿਸਾਬ ਨਾਲ ਇੱਕ ਤਰੀਕੇ ਦੀ ਅਰਨਿੰਗ ਕਰਨੀ ਹੈ। ਮਤਲਬ ਇੱਕ ਪੇਸ਼ੈਂਟ ਨਹੀਂ ਜਾ ਰਿਹਾ ਉਹਨਾਂ ਕੋਲ, ਇੱਕ ਅਰਨਿੰਗ ਦਾ ਸੋਰਸ ਜਾ ਰਿਹਾ। ਸਰ ਇਸ ਵਿਸ਼ੇ 'ਚ ਤੁਸੀਂ ਕੀ ਕਹੋਗੇ ਬਤੌਰ ਤੁਸੀਂ ਡਾਕਟਰ ਹੋ? ਸਰ ਤੁਸੀਂ ਕਹਿੰਦੇ ਨਾ ਕਿ ਇੱਕ ਜੇ ਦੁਨੀਆ ਵਿੱਚ ਪਰਮਾਤਮਾ ਹੈ ਤਾਂ ਜਾਂ ਤਾਂ ਇੱਕ ਮਾਂ ਹੈ ਜਾਂ ਡਾਕਟਰ ਹੈ, ਇਸ ਵਿਸ਼ੇ 'ਚ ਤੁਸੀਂ ਕੀ ਕਹੋਗੇ? ਦੇਖੋ ਗੱਲ ਇਹ ਹੈਗੀ ਹੈ, ਜਿਹੜੀ ਵਾਇਰਲ ਇਨਫੈਕਸ਼ਨ ਹੈ 90% ਬੰਦੇ ਤਾਂ ਠੀਕ ਹੀ ਹੋ ਜਾਂਦੇ ਆ, ਬਹੁਤ ਹੀ ਘੱਟ ਪਰਸੈਂਟੇਜ ਹੈ 1-2% ਜਿਹੜੇ ਲੋਕੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਸੋ ਇਹ ਬਿਮਾਰੀ ਹੈ, ਜੇ ਤੁਹਾਨੂੰ ਕੋਈ ਖਾਂਸੀ, ਕੋਈ ਬਲਗਮ, ਕੋਈ ਬੁਖਾਰ ਹੁੰਦੀ ਹੈ ਤਾਂ ਤੁਸੀਂ ਆਪਣੇ ਆਪ ਦਾ ਟੈਂਪਰੇਚਰ ਨੋਟ ਕਰੋ, ਡਾਕਟਰ ਨੂੰ ਦਿਖਾਓ। ਡਾਕਟਰ ਨੂੰ ਦਿਖਾਉਣ ਤੋਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਮੈਨੂੰ ਫੀਵਰ ਹੈ ਜਾਂ ਮੈਨੂੰ ਖਾਂਸੀ ਹੈ, ਉਹ ਤੁਹਾਨੂੰ ਗਾਈਡ ਕਰੇਗਾ। ਸਾਰੇ ਡਾਕਟਰ ਤੁਹਾਡੀ ਸੇਵਾ 'ਚ ਨੇ। ਜਦ ਇਹ ਆਪਾਂ ਫੀਲ ਕਰਦੇ ਵੀ 90% ਬੰਦੇ ਠੀਕ ਹੋ ਜਾਂਦੇ ਹੈਗੇ ਆ ਤਾਂ ਆਪਾਂ ਵੀ ਠੀਕ ਹੋ ਜਾਵਾਂਗੇ। ਆਪਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਪੈਨਿਕ ਕ੍ਰੀਏਟ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਵਿਜੀਲੈਂਟ ਹੋਣ ਦੀ ਲੋੜ ਹੈ। ਜੇ ਆਪਾਂ ਵਿਜੀਲੈਂਟ ਨਹੀਂ ਹੋਵਾਂਗੇ ਤਾਂ ਆਪਣਾ ਨੁਕਸਾਨ ਹੋਏਗਾ। ਸੋ ਮੈਂ ਚਾਹੁੰਦਾ ਔਰ ਮੈਂ ਬੇਨਤੀ ਵੀ ਕਰਦਾ, ਜੇ ਤੁਹਾਨੂੰ ਬੁਖਾਰ ਹੈ, ਖਾਂਸੀ ਬਲਗਮ ਹੈ, ਤੁਹਾਡੇ ਅੱਖਾਂ 'ਚ ਪਾਣੀ ਨਹੀਂ ਆਉਂਦਾ ਪਿਆ, ਨੱਕ 'ਚ ਪਾਣੀ ਆਉਂਦਾ ਪਿਆ, ਬਲਗਮ ਹੈਗੀ ਆ ਔਰ ਤੁਹਾਨੂੰ ਐਕਸਟ੍ਰੀਮ ਐਗਜ਼ੌਸ਼ਨ ਹੈ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਦਿਖਾਓ। ਉਹ ਤੁਹਾਨੂੰ ਜ਼ਰੂਰ ਗਾਈਡ ਕਰੇਗਾ ਔਰ ਗਾਈਡ ਕਰਕੇ ਮੈਜੋਰਟੀ ਜਿਹੜਾ ਪੇਸ਼ੈਂਟ ਉਹ ਤਾਂ ਘਰੇ ਠੀਕ ਹੋ ਜਾਂਦਾ। ਜੇ ਫਿਰ ਵੀ ਜੇ ਤੁਸੀਂ ਟੈਸਟ ਕਰਾਉਂਦੇ ਆ, ਤੁਹਾਡੀ ਸੈਚੂਰੇਸ਼ਨ ਠੀਕ ਹੈਗੀ ਹੈ, ਤੁਹਾਡਾ ਬੁਖਾਰ ਠੀਕ ਹੈ, ਤੁਹਾਨੂੰ ਸਾਹ ਨਹੀਂ ਚੜਦਾ, ਤਾਂ ਤੁਸੀਂ ਹੋਮ ਆਈਸੋਲੇਸ਼ਨ 'ਚ ਘਰੇ ਬਹਿ ਕੇ ਇਹ ਬਿਮਾਰੀ ਜਿਹੜੀ ਹੈ ਇਹਦੇ ਆਪੇ ਠੀਕ ਹੋ ਜਾਣਾ। 10-15 ਦਿਨਾਂ ਦੇ ਵਿੱਚ ਬਿਮਾਰੀ ਠੀਕ ਹੋ ਜਾਂਦੀ ਹੈ, ਆਪਾਂ ਫਿਰ ਮੁੜ ਕੇ ਕੰਮ ਤੇ ਆ ਸਕਦੇ। ਜੀ ਸਰ ਜਿਹੜਾ ਬਲੈਕ ਫੰਗਸ ਦਾ ਕਹਿ ਲਓ ਕਿ ਇੱਕ ਕੀੜਾ ਉਹ ਵੀ ਜਿਹੜਾ ਚੱਲ ਪਿਆ ਹੈ। ਪਿਛਲੇ ਦਿਨ ਜੇਕਰ ਆਪਾਂ ਗੱਲ ਕਰੀਏ ਲੁਧਿਆਣੇ ਦੇ ਵਿੱਚ ਹੀ 53+ ਜਿਹੜੇ ਮਰੀਜ਼ ਨੇ ਬਲੈਕ ਫੰਗਸ ਦੇ ਜਿਹੜੇ ਕੇਸਿਸ ਨੇ ਸਾਹਮਣੇ ਆਏ ਨੇ। ਸਰ ਕੀ ਬਲੈਕ ਫੰਗਸ ਹੈ? ਲੋਕਾਂ ਵਿੱਚ ਹਜੇ ਵੀ ਇਹ ਚੀਜ਼ ਕਲੈਰਿਟੀ ਨਹੀਂ ਕਿ ਅਸਲ 'ਚ ਬਲੈਕ ਫੰਗਸ ਕੀ ਹੈ। ਲੋਕ ਡਰ ਰਹੇ ਨੇ ਕਿ ਇੱਕ ਨਵੀਂ ਮਹਾਮਾਰੀ ਹੈ, ਕਿ ਜਿੱਦਾਂ ਇੱਕ ਸੰਕਰਮਣ ਜਿੱਦਾਂ ਕਰੋਨਾ ਸੀ ਉਹ ਇਹ ਵੀ ਸੰਕਰਮਣ ਹੈ, ਕੀ ਚੀਜ਼ ਹੈ। ਤਾਂ ਲੋਕਾਂ ਨੂੰ ਸਰ ਇਸ ਪ੍ਰਤੀ ਵੀ ਜ਼ਰੂਰ ਅਵੇਅਰ ਕਰੋ ਕਿ ਅਸਲ 'ਚ ਬਲੈਕ ਫੰਗਸ ਕੀ ਹੈ ਔਰ ਕਿੱਦਾਂ ਸਰੀਰ ਦੇ ਵਿੱਚ ਇਫੈਕਟ ਕਰਦਾ, ਕਿੱਦਾਂ ਦੀ ਵਰਕਿੰਗ ਹੋ ਰਹੀ ਹੈ ਸਰੀਰ। ਦੇਖੋ ਜਿਹੜੀ ਬਲੈਕ ਫੰਗਸ ਹੈ, ਇਹ ਜਿਹੜੀ ਫੰਗਸ ਹੈ ਇਹ ਇੱਕ ਜਿਵੇਂ ਉਰਲੀ ਆਪਾਂ ਕਹਿੰਦੇ ਫੰਗਲ ਇਨਫੈਕਸ਼ਨ ਹੈ। ਜਿਹੜੀ ਫੰਗਲ ਇਨਫੈਕਸ਼ਨ ਤਾਂ ਬੜੇ ਸਾਲਾਂ ਤੋਂ ਚੱਲਦੀ ਪਈ ਹੈ, ਪਰ ਇਹ ਹੁਣ ਜ਼ਿਆਦਾ ਵੱਧ ਗਈ ਹੈ, ਬਹੁਤ ਸਾਰੇ ਪੇਸ਼ੈਂਟਸ ਨੂੰ ਹੋ ਗਈ ਹੈ। ਉਹਦਾ ਇਹ ਕਾਰਨ ਹੈ ਕਿ ਜਿਹੜੀ ਫੰਗਸ ਹੈ ਨਾ, ਉਹ ਜਿਹੜੇ ਪੇਸ਼ੈਂਟਸ ਵੀਕ ਹੈ, ਜਿਨ੍ਹਾਂ ਦੀ ਇਮਿਊਨਿਟੀ ਘਟ ਜਾਂਦੀ ਹੈ। ਔਰ ਇਹ ਵੀ ਦੇਖਿਆ ਗਿਆ ਜਿਹੜੇ ਪੇਸ਼ੈਂਟਸ ਜਿਹੜੀ ਸਟੀਰੋਇਡ ਤੇ ਹੈਗੇ ਆ, ਜਿਹੜੇ ਬਹੁਤ ਜ਼ਿਆਦਾ ਇਮਿਊਨੋਸਪ੍ਰੈਸਿਵ ਡਰੱਗ ਤੇ ਹੈਗੀ ਆ, ਇਹ ਕਈ ਵਾਰੀ ਜਿਹੜੇ ਮਾਸਕ ਜਿਹੜੇ ਹੈਗੇ ਪ੍ਰੋਪਰਲੀ ਠੀਕ ਨਹੀਂ ਹੈਗੇ। ਕਈਆਂ ਨੂੰ ਜਦ ਤੁਸੀਂ ਇਨਫੈਕਟਡ ਮਾਸਕ ਹੀ ਪ੍ਰੋਪਰ ਡਿਸਕਾਰਡ ਕੀਤਾ 2 ਦਿਨਾਂ ਬਾਅਦ, 1 ਦਿਨ ਬਾਅਦ, ਜਦ ਤੁਸੀਂ ਪ੍ਰੋਪਰਲੀ ਮਾਸਕ ਦਾ ਯੂਜ਼ ਕਰਦੇ ਹੋ, ਸੁੱਟਿਆ ਨਹੀਂ, ਉਹੀ ਮਾਸਕ ਬਾਰ-ਬਾਰ ਯੂਜ਼ ਕਰਦੇ ਰਹੇ, ਜਾਂ ਤੁਹਾਨੂੰ ਮਾਸਕ ਹੀ ਪੁਰਾਣਾ ਇਨਫੈਕਟਡ ਮਿਲ ਗਿਆ। ਕਿਉਂਕਿ ਜਿਹੜੀ ਫੰਗਸ ਹੈ ਉਹ ਹਵਾ 'ਚ ਪਈ ਹੈ, ਮਿੱਟੀ 'ਚ ਪਈ ਹੈ, ਉਹਨੇ ਤਾਂ ਗਰੋ ਹੀ ਕਰਨਾ ਹੈ। ਜਦ ਵੀ ਉਹਨੂੰ ਕੋਈ ਐਸਾ ਮੀਡੀਅਮ ਮਿਲ ਜਾਂਦਾ ਹੈ ਜਿਹਦੇ ਵਿੱਚ ਉਹ ਗਰੋ ਕਰਦੀ ਹੈ, ਮੀਡੀਅਮ ਕੀ ਹੋ ਸਕਦਾ ਹੈ, ਮੋਇਸਚਰ ਜਿੱਥੇ ਜ਼ਿਆਦਾ ਹੁੰਦਾ ਹੈ, ਤੁਹਾਡੀ ਰੈਜ਼ਿਸਟੈਂਟ ਘੱਟ ਹੋਗੀ, ਆਕਸੀਜਨ ਘੱਟ ਹੋਗੀ, ਔਰ ਉਹਦੇ ਵਿੱਚ ਤੁਹਾਡੀ ਫੰਗਸ ਗਰੋ ਹੋ ਜਾਂਦੀ ਹੈ। ਜਦ ਇਹ ਫੰਗਸ ਗਰੋ ਹੋ ਜਾਂਦੀ ਹੈ ਤੇ ਇਹਨੂੰ ਟ੍ਰੀਟ ਕਰਨਾ ਬਹੁਤ ਔਖਾ ਹੈ, ਕਿਉਂਕਿ ਜਿਹੜੀਆਂ ਦਵਾਈਆਂ ਯੂਜ਼ ਹੁੰਦੀਆਂ ਨੇ ਇਹ ਬੜੀਆਂ ਟੌਕਸਿਕ ਦਵਾਈਆਂ ਔਰ ਲੰਬੇ ਅਰਸੇ ਲਈ ਯੂਜ਼ ਕਰਨੀ ਚਾਹੀਦੀ। ਮੈਂ ਤਾਂ ਕਹਿੰਦਾ ਆਪਣੀ ਕੇਅਰ ਰੱਖੋ, ਆਪਾਂ ਫੰਗਲ ਇਨਫੈਕਸ਼ਨ ਤੋਂ ਦੂਰ ਰਹੀਏ। ਜੇ ਹੁੰਦੀ ਹੈ ਤਾਂ ਆਪਣੇ ਕੰਸਰਨ ਡਾਕਟਰ ਨੂੰ ਦਿਖਾਈਏ ਤੇ ਈਐਨਟੀ ਸਰਜਨ, ਅੱਜ ਕੱਲ੍ਹ ਤਾਂ ਮੂੰਹ ਦੀ ਫੰਗਸ ਹੈ ਜਾਂ ਨੱਕ ਦੀ ਫੰਗਸ ਜਾਂ ਗਲੇ ਦੀ ਫੰਗਸ ਹੁੰਦੀ ਹੈ, ਤੇ ਆਪਾਂ ਕੰਸਰਨ ਡਾਕਟਰ ਨੂੰ ਦਿਖਾਈਏ ਔਰ ਇਮੀਡੀਏਟਲੀ ਤੁਹਾਡਾ ਇਲਾਜ ਕਰੇਗਾ ਔਰ ਠੀਕ ਹੋ ਸਕਦੇ ਹੋ। ਸੋ ਆਪਾਂ ਨੂੰ ਡਰਨ ਦੀ ਕੋਈ ਲੋੜ ਨਹੀਂ, ਵਿਜੀਲੈਂਟ ਹੋਣ ਦੀ ਲੋੜ ਹੈ। ਤੇ ਫੰਗਲ ਜਿਹੜੀਆਂ ਹੈਗੀਆਂ ਹੁਣ ਦਵਾਈਆਂ, ਤੁਹਾਨੂੰ ਪਤਾ ਪਹਿਲਾਂ ਤਾਂ ਇੰਨੀ ਫੰਗਸ ਦੇ ਪੇਸ਼ੈਂਟ ਹੈ ਨਹੀਂ ਸੀ, ਹੁਣ ਆਲ ਆਫ ਏ ਸਡਨ ਪੇਸ਼ੈਂਟਸ ਵੀ ਵੱਧ ਰਹੇ ਆ ਤੇ ਦਵਾਈਆਂ ਦੀ ਵੀ ਸ਼ਾਰਟੇਜ ਹੈ। ਪਰ ਵਿਦ ਦ ਪੈਸੇਜ ਆਫ ਟਾਈਮ ਵਕਤ ਦੇ ਅਨੁਸਾਰ ਤੁਹਾਨੂੰ ਪੂਰੀਆਂ ਦਵਾਈਆਂ ਮਿਲ ਜਾਣਗੀਆਂ। ਔਰ ਜੇ ਪ੍ਰੋਪਰ ਦਵਾਈ ਕਰੋਗੇ, ਕਿਉਂਕਿ ਦਵਾਈ ਲੌਂਗ ਟਰਮ ਚੱਲਦੀ ਹੈ, 2-3-4 ਹਫ਼ਤੇ ਚੱਲਦੀ ਹੈ, ਤਾਂ ਪੇਸ਼ੈਂਟ ਠੀਕ ਵੀ ਹੋ ਜਾਂਦੇ ਹੈ। ਜੀ
ਸਰ ਕੀ ਪ੍ਰੀਕਾਸ਼ਨਸ ਦੱਸਣਾ ਚਾਹੋਗੇ ਜਿਹੜੀ ਜਨਤਾ ਤੁਹਾਨੂੰ ਇਸ ਸਮੇਂ ਦੇਖ ਰਹੀ ਹੈ, ਔਰ ਕਿਹੜੀ ਵੈਸੇ ਮੈਡੀਸਨ ਇਸ ਸਮੇਂ ਮਾਰਕੀਟ ਦੇ ਵਿੱਚ ਹੈ ਜਿਸ ਨੂੰ ਵਰਤ ਕੇ ਜੇਕਰ ਉਹਨਾਂ ਦੀ ਕੰਡੀਸ਼ਨ ਥੋੜੀ ਜ਼ਿਆਦਾ ਹੁੰਦੀ ਹੈ ਤਾਂ ਉਹ ਮੈਡੀਸਨ ਦਾ ਯੂਜ਼ ਕਰ ਸਕਦੇ ਨੇ, ਔਰ ਕੀ ਸਾਵਧਾਨੀਆਂ ਵਰਤ ਸਕਦੇ ਨੇ ਮਤਲਬ ਬਤੌਰ ਇੱਕ ਆਮ ਨਾਗਰਿਕ ਜਿਸ ਨੂੰ ਇਹਦੀ ਨੌਲੇਜ ਨਹੀਂ ਹੈ ਲੇਕਿਨ ਉਹ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਦੂਰ ਰਹਿ ਸਕੇ? ਸੋ ਦੇਖੋ, ਇੱਕ ਤਾਂ ਆਪਣੇ ਆਪ ਨੂੰ ਪ੍ਰੋਪਰਲੀ ਕਲੀਨ ਰੱਖੋ। ਤੁਹਾਡਾ ਜਿਹੜਾ ਬਹੁਤ ਜ਼ਿਆਦਾ ਗਿੱਲਾਪਨ ਨਹੀਂ ਹੋਣਾ ਚਾਹੀਦਾ। ਪ੍ਰੋਪਰਲੀ ਜੇ ਤੁਸੀਂ ਕਲੀਨ ਰੱਖੋਗੇ ਔਰ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰਕੇ ਰੱਖੋਗੇ ਤੇ ਆਪਣੇ ਆਪ ਜਿਹੜੀ ਦਵਾਈਆਂ ਜਿਹੜੀਆਂ ਤੁਸੀਂ ਪ੍ਰੋਪਰ ਕੋਈ ਇਮਿਊਨੋ ਸਪਰੈਸਿਵ ਡਰੱਗਸ ਖਾਂਦੇ ਆ ਉਹ ਉਹਨਾਂ ਨੂੰ ਪ੍ਰੋਪਰਲੀ ਤਰੀਕੇ ਨਾਲ ਲਓਗੇ। ਜੇ ਤੁਹਾਨੂੰ ਇਨਫੈਕਸ਼ਨ ਦਾ ਕੋਈ ਵੀ ਐਵੀਡੈਂਸ ਮਿਲਦਾ ਹੈ, ਕੋਈ ਵੀ ਡਿਸਕਲਰੇਸ਼ਨ ਹੁੰਦੀ ਹੈ, ਤੁਹਾਨੂੰ ਫੀਵਰ ਹੁੰਦਾ ਹੈ, ਖਾਂਸੀ ਬੁਲਬੁਲ, ਇਮੀਡੀਏਟਲੀ ਤੁਸੀਂ ਡਾਕਟਰ ਨੂੰ ਮਿਲਦੇ ਹੋ। ਡਾਕਟਰ ਤੁਹਾਡਾ ਡਾਇਗਨੋਸ ਬਣਾਏਗਾ ਔਰ ਡਾਇਗਨੋਸ ਬਣਾ ਕੇ ਜੇ ਜਿੰਨੀ ਜਲਦੀ ਤੁਹਾਡੀ ਟ੍ਰੀਟਮੈਂਟ ਸ਼ੁਰੂ ਹੋ ਜਾਏਗੀ ਉਨਾ ਹੀ ਬੈਟਰ ਹੋ ਜਾਏਗਾ। ਕਿਉਂਕਿ ਅੱਜਕੱਲ ਐਂਟੀਫੰਗਲ ਐਂਫੋਟੈਰਿਸਿਨ ਵੀ ਹੈਗੇ ਆ, ਪੋਸਾਕੋਨਾਜ਼ੋਲ ਹੈਗੀ ਆ, ਆਈਸਾਵਾਕੋਨਾਜ਼ੋਲ ਹੈ, ਵੇਰੀਕੋਨਾਜ਼ੋਲ ਹੈ, ਬੜੀਆਂ ਅੱਛੀਆਂ ਡਰੱਗਸ ਹੈਗੀਆਂ। ਪਰ ਇਹ ਡਰੱਗਸ ਜਿਹੜੀਆਂ ਸਾਰੀਆਂ ਜਿਹੜੀਆਂ ਫੰਗਲ ਇਨਫੈਕਸ਼ਨ ਡਰੱਗਸ ਟੌਕਸਿਕ ਡਰੱਗਸ ਹੁੰਦੀਆਂ, ਤਾਂ ਬੈਟਰ ਹੈ ਕਿ ਮੇਕ ਐਨ ਅਰਲੀ ਡਾਇਗਨੋਸ ਕਰਨ ਤੋਂ ਬਾਅਦ ਤੁਸੀਂ ਡਾਕਟਰ ਨੂੰ ਕੰਸਲਟ ਕਰੋ ਤੇ ਦਵਾਈ ਕਰੋ ਤੇ ਕਾਫੀ ਠੀਕ ਹੋਣ ਦੇ ਚਾਂਸ ਹੋਣਗੇ। ਜੀ ਸਰ, ਮੈਂ ਅੰਤ ਵਿੱਚ ਚਾਹਾਂਗਾ ਕੋਈ ਐਸਾ ਇੱਕ ਪੋਜ਼ਿਟਿਵ ਅਵੇਅਰਨੈਸ ਮੈਸੇਜ ਹੋਵੇ ਆਮ ਜਨਤਾ ਵਾਸਤੇ, ਕਿਉਂਕਿ ਜਿਹੜੀ ਫਿਲਹਾਲ ਦੀ ਕੰਡੀਸ਼ਨ ਹੈ ਵਿਅਕਤੀ ਸਰੀਰਕ ਰੂਪ ਤੋਂ ਬਿਮਾਰ ਘੱਟ ਲੇਕਿਨ ਮਾਨਸਿਕ ਰੂਪ ਤੋਂ ਬਿਮਾਰ ਜਿਹੜਾ ਜ਼ਿਆਦਾ ਹੈ। ਕੋਈ ਐਸਾ ਇੱਕ ਮੋਟੀਵੇਸ਼ਨਲ ਪੋਜ਼ਿਟਿਵ ਵਾਲਾ ਮੈਸੇਜ ਹੋਵੇ ਜਿਹੜੀ ਆਮ ਜਨਤਾ ਦੇ ਕੰਮ ਵੀ ਆਵੇ ਔਰ ਜਿਹੜਾ ਉਸ ਦਾ ਇੱਕ ਸਹਾਰਾ ਲੈਂਦੇ ਹੋਏ ਜਿਹੜੀ ਇਸ ਸਮੇਂ ਥੋੜੀ ਦੁੱਖ ਵਾਲੀ ਘੜੀ ਹੈ, ਵੈਸੇ ਤਾਂ ਆਪਾਂ ਉਸ ਤੋਂ ਉੱਭਰ ਰਹੇ ਇੰਡੀਆ ਚੋਂ ਬਾਹਰ ਆ ਰਿਹਾ, ਹੌਲੀ ਹੌਲੀ ਆ ਰਿਹਾ, ਕੋਈ ਐਸਾ ਇੱਕ ਮੈਸੇਜ ਹੋਵੇ ਜੋ ਜਿਹੜਾ ਕਿ ਪੋਜ਼ਿਟਿਵਿਟੀ ਫੈਲਾਵੇ ਸਰੀਰਕ ਰੂਪ ਦੇ ਵਿੱਚ ਵੀ ਔਰ ਮਾਨਸਿਕ ਰੂਪ ਦੇ ਵਿੱਚ। ਦੇਖੋ, ਇਹ ਬਿਮਾਰੀ ਬਾਰੇ ਤੁਹਾਨੂੰ ਪਤਾ ਹੀ ਹੈ, ਇਹ ਇਕੱਲੇ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ 'ਚ ਬਿਮਾਰੀ ਹੈ। ਇਹ ਬਿਮਾਰੀ ਨੇ ਫਾਈਨੈਂਸ਼ੀਅਲ ਲਾਸ ਕੀਤਾ ਹੈ, ਲਾਈਫ ਦਾ ਬਹੁਤ ਲਾਸ ਕੀਤਾ ਹੈ, ਮੈਂਟਲ ਬਹੁਤ ਲਾਸ ਕੀਤਾ। ਲੋਕੀ ਇਸ ਬਿਮਾਰੀ ਤੋਂ ਡਰੇ ਬੈਠੇ ਨੇ, ਉਹਨਾਂ ਦਾ ਜਿਹੜਾ ਲੋਕਾਂ ਦਾ ਮੈਂਟਲ ਸਟੇਟਸ ਆ ਉਹ ਹਿੱਲਿਆ ਫਿਰਦਾ। ਉਹ ਸੋਚਦੇ ਸਾਡਾ ਪਤਾ ਨਹੀਂ ਕੱਲ ਕੀ ਬਣੇਗਾ, ਲੋਕਡਾਊਨ ਹੋਣਗੇ, ਅਸੀਂ ਬਚਾਂਗੇ ਜਾਂ ਨਹੀਂ ਬਚਾਂਗੇ। ਪਰ ਅਸੀਂ ਵਾਹਿਗੁਰੂ ਦਾ ਨਾਮ ਲੈ ਕੇ ਕਹਿੰਦੇ ਪਏ ਆ ਵੀ ਡਰਨ ਦੀ ਕੋਈ ਲੋੜ ਨਹੀਂ, ਆਪਾਂ ਨੂੰ ਵਿਜੀਲੈਂਟ ਹੋਣ ਦੀ ਲੋੜ ਆ। ਆਪਾਂ ਤਕੜੇ ਹੋਈਏ, ਜੇ ਆਪਾਂ ਤਕੜੇ ਹੋਵਾਂਗੇ ਤਾਂ ਬਿਮਾਰੀ ਨੂੰ ਢਾਲਾਂਗੇ, ਜੇ ਆਪਾਂ ਬਿਮਾਰੀ ਨੂੰ ਢਾਲਾਂਗੇ ਤਾਂ ਬਿਮਾਰੀ ਭੱਜ ਜਾਏਗੀ। ਮੈਂ ਤਾਂ ਕਹਿੰਦਾ ਵੀ ਤੁਸੀਂ ਅੱਛੀ ਡਾਈਟ ਖਾਓ, ਫਰੂਟ ਖਾਓ, ਆਪਣੀ ਇਮਿਊਨਿਟੀ ਵਧਾਓ ਤੇ ਆਪਣੇ ਦਿਮਾਗ ਨੂੰ ਜਿਹੜਾ ਤਕੜਾ ਕਰਕੇ ਰੱਖੋ ਵੀ ਇਹ ਜਿਹੜੀ ਬਿਮਾਰੀ ਹੈ ਇਕੱਲੇ ਮੈਂ ਨਹੀਂ, ਆਪਾਂ ਸਾਰੇ ਰਲ ਕੇ ਢਾਣੀ ਹੈ ਤੇ ਆਪਣਾ ਮੈਂਟਲ ਸਟੇਟਸ ਨੂੰ ਆਪਾਂ ਬੂਸਟ ਕਰਕੇ ਰੱਖੀਏ। ਬੂਸਟ ਆਪਾਂ ਤਾਂ ਹੀ ਕਰਾਂਗੇ ਜੇ ਆਪਣੇ ਮਨ ਤਕੜਾ ਹੈਗਾ, ਦਿਮਾਗ ਤਕੜਾ ਵੀ ਨਹੀਂ, ਆਪਾਂ ਇਹ ਬਿਮਾਰੀ ਨੂੰ ਢਾਣਾ ਹੈ, ਇਹ ਬਿਮਾਰੀ ਨੂੰ ਭਜਾਣਾ ਹੈਗਾ ਤਾਂ ਡੈਫੀਨਿਟਲੀ ਭੱਜ ਜਾਏਗੀ। ਸੋ ਆਪਾਂ ਅੱਛੀ ਡਾਈਟ ਲਈਏ, ਅੱਛਾ ਸੋਚੀਏ ਤੇ ਮੈਡੀਟੇਸ਼ਨ ਕਰੀਏ ਤੇ ਬਾਕੀ ਦੀ ਸੈਰ ਸੁਰ ਕਰੀਏ ਤੇ ਆਪਾਂ ਠੀਕ ਹੋਵਾਂਗੇ ਜ਼ਰੂਰ। ਤੇ ਆਪਾਂ ਇਸ ਬਿਮਾਰੀ ਤੋਂ ਬਚਾਂਗੇ ਜੇ ਆਪਾਂ ਮੈਂਟਲੀ ਤੇ ਫਿਜ਼ੀਕਲੀ ਸਟਰੋਂਗ ਹੈਗੇ। ਸੋ ਇਹ ਸੀ ਡਾਕਟਰ ਕੁਲਵੰਤ ਜੀ ਜਿਨ੍ਹਾਂ ਨੇ ਤੁਹਾਡੇ ਆਮ ਨਾਗਰਿਕਾਂ ਨਾਲ ਗੱਲਬਾਤ ਕੀਤੀ, ਜਿਹੜੇ ਵੀਅਰ ਸਾਨੂੰ ਇਸ ਸਮੇਂ ਦੇਖ ਰਹੇ ਨੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਰੋਨਾ ਮਹਾਮਾਰੀ ਦੇ ਵਿੱਚ ਜਿਹੜੇ ਕਿਸ ਤਰੀਕੇ ਨਾਲ ਆਪਾਂ ਇੱਕ ਪੋਜ਼ਿਟਿਵ ਰਹੀਏ ਔਰ ਬਲੈਕ ਫੰਗਸ ਕਿੱਦਾਂ ਸ਼ੁਰੂਆਤ ਹੁੰਦੀ ਹੈ, ਕਿੱਦਾਂ ਇਸ ਤੋਂ ਬਚਿਆ ਜਾ ਸਕਦਾ ਹੈ। ਔਰ ਫਿਲਹਾਲ ਦੇ ਤੌਰ ਤੇ ਇੱਕ ਵਾਰ ਫਿਰ ਤੋਂ ਸੈਲਡ ਨਿਊਜ਼ ਚੈਨਲ ਵੱਲੋਂ ਆਪਾਂ ਤੁਹਾਨੂੰ ਸਭ ਨੂੰ ਇਹੀ ਅਪੀਲ ਕਰਦੇ ਹਾਂ ਕਿ ਮਾਸਕ ਪਾਉਣਾ ਹਜੇ ਵੀ ਨੈਸੈਸਿਟੀ ਬਣਾਓ, ਇੱਕ ਜਿਹੜਾ ਲਗਾਤਾਰ ਜਿਹੜੇ ਹੈਂਡ ਵਾਸ਼ ਨੇ ਉਹ ਕਰਦੇ ਰਹੋ ਔਰ ਓਵਰ ਗੈਦਰਿੰਗ ਜਾਣ ਦੀ ਜਿਹੜੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜੀ ਸੰਕਰਮਣ ਦੀ ਚੇਨ ਹੈ ਇਹ ਇੱਕ ਇਨਸਾਨ ਦੁਆਰਾ ਸ਼ੁਰੂ ਤਾਂ ਕੀਤੀ ਜਾਂਦੀ ਹੈ ਲੇਕਿਨ ਇਸ ਦਾ ਜਿਹੜਾ ਵਾਧਾ ਹੈ ਉਹ ਕਾਫੀ ਲੋਕਾਂ ਨੂੰ ਜਿਹੜਾ ਭੁਗਤਣਾ ਪੈਂਦਾ। ਸੋ ਮੈਂ ਸੀ ਸ਼ਿਵਮ ਮਾਨ, ਮੇਰੇ ਨਾਲ ਨੇ ਕੈਮਰਾ ਪਰਸਨ ਮਨੋਜ ਪਾਲ, ਤੁਸੀਂ ਵੇਖ ਰਹੇ ਹੋ ਸੈਲਡ ਨਿਊਜ਼ ਚੈਨਲ। ਧੰਨਵਾਦ। ਸਤਿ ਸ਼੍ਰੀ ਅਕਾਲ।